ਹੈਲੋ ਗਾਇਸ, ਕਿਵੇਂ ਹੋ ਤੁਸੀਂ ਸਾਰੇ ਜਾਣੇ। ਅੱਜ ਪੜ੍ਹਾਈ ਲਿਖਾਈ ਵਿਦ ਆਰਜੀ ਉੱਤੇ ਇਹ ਮੇਰੀ ਪਹਿਲੀ ਵੀਡੀਓ ਆ ਤੇ ਸਭ ਤੋਂ ਪਹਿਲਾਂ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਇਸ ਚੈਨਲ ਦੇ ਉੱਤੇ ਮੈਂ ਤੁਹਾਨੂੰ ਉਹ ਸਭ ਕੁਝ ਦੱਸਾਂਗੀ ਜੋ ਵੀ ਸਾਨੂੰ ਨਵੀਆਂ ਜੌਬਸ ਨਿਕਲਦੀਆਂ ਨੇ ਜਾਂ ਉਹ ਜੌਬਸ ਦਾ ਪਰਫਾਰਮਾ ਕਿਵੇਂ ਭਰਨਾ ਹੈ। ਜਿਵੇਂ ਕਿ ਹੁਣ ਤੁਹਾਨੂੰ ਪਤਾ ਕਿ ਆਂਗਣਵਾੜੀ ਵਰਕਰ ਅਤੇ ਆਂਗਣਵਾੜੀ ਹੈਲਪਰ ਦੀਆਂ ਪੋਸਟ ਨਿਕਲੀਆਂ ਹੋਈਆਂ ਨੇ, ਤਾਂ ਅਸੀਂ ਉਹ ਫੋਰਮ ਕਿਵੇਂ ਫਿਲ ਕਰਨਾ, ਬਹੁਤ ਸਾਰੇ ਬੱਚਿਆਂ ਨੂੰ ਇਹੀ ਪਤਾ ਨਹੀਂ ਲੱਗਦਾ ਕਿ ਅਸੀਂ ਉਹ ਫੋਰਮ ਕਿਵੇਂ ਫਿਲ ਕਰਨਾ, ਉਹਦੇ ਨਾਲ ਕੀ ਕੀ ਡਾਕੂਮੈਂਟਸ ਲੱਗਣੇ ਆ, ਕਿਵੇਂ ਫੋਟੋ ਲਗਾਉਣੀ ਆ, ਕਿਹਨਾਂ ਦੇ ਸਾਈਨ ਚਾਹੀਦੇ ਆ। ਤਾਂ ਉਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਊਗੀ। ਤਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਇਹ ਕਿਵੇਂ ਅਸੀਂ ਭਰਨਾ ਆ। ਠੀਕ ਹੈ ਜੀ, ਸਭ ਤੋਂ ਪਹਿਲਾਂ ਇੱਥੇ ਦੇਖੋ ਸਾਨੂੰ ਨਾਮ ਦਿੱਤਾ ਹੋਇਆ ਵਾ। ਠੀਕ ਹੈ, ਇਹ ਪਰਫਾਰਮਾ ਹੈਗਾ ਵਾ ਸਾਡਾ ਆਂਗਣਵਾੜੀ ਵਰਕਰ ਦੀ ਸਿੱਧੀ ਭਰਤੀ ਲਈ ਫਾਰਮ। ਇਹ ਤੁਸੀਂ ਕਿਸੇ ਵੀ ਬੁੱਕ ਸ਼ਾਪ ਤੋਂ ਲੈ ਸਕਦੇ ਹੋ, ਕਿਸੇ ਵੀ ਬੁੱਕ ਸ਼ਾਪ ਤੋਂ ਕਢਵਾ ਸਕਦੇ ਹੋ। ਆਪਾਂ ਨੂੰ PDF ਵੀ ਮਿਲ ਜਾਂਦੀ ਆ, ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗੀ PDF। ਅਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਥੇ ਨਾਮ ਲਿਖਣਾ, ਜਿਵੇਂ ਕਿ ਇੱਥੇ ਅਸੀਂ ਕੁਛ ਵੀ ਲਿਖ ਦਿੰਦੇ ਹਾਂ। ਠੀਕ ਹੈ ਜੀ, ਫਿਰ ਅਸੀਂ ਇੱਥੇ ਆਪਣੇ, ਜੇ ਤਾਂ ਤੁਸੀਂ ਮੈਰਿਡ ਹੋ ਤਾਂ ਆਪਣੇ ਪਤੀ ਦਾ ਨਾਮ ਲਿਖਣਾ ਹੈ, ਜੇ ਤੁਸੀਂ ਅਨਮੈਰਿਡ ਹੋ ਤਾਂ ਤੁਸੀਂ ਆਪਣੇ ਪਿਤਾ ਦਾ ਨਾਮ ਲਿਖਣਾ ਹੈ। ਠੀਕ ਹੈ ਜੀ, ਜਿਸ ਦਾ ਵੀ ਤੁਸੀਂ ਨਾਮ ਲਿਖਣਾ ਹੈ ਉਹ ਇੱਥੇ ਤੁਸੀਂ ਟਿਕ ਲਗਾ ਕੇ ਲਿਖ ਦੇਣਾ ਹੈ ਉਹਨਾਂ ਦਾ ਨਾਮ। ਠੀਕ ਹੈ ਜੀ, ਪੱਕਾ ਪਤਾ, ਪੱਕਾ ਪਤਾ ਤੁਸੀਂ ਆਪਣਾ ਆਧਾਰ ਕਾਰਡ ਤੋਂ ਦੇਖ ਕੇ ਲਿਖ ਸਕਦੇ ਹੋ। ਆਧਾਰ ਕਾਰਡ ਦੀ ਬੈਕ ਸਾਈਡ 'ਤੇ ਲਿਖਿਆ ਹੁੰਦਾ ਹੈ, ਉੱਥੋਂ ਤੁਸੀਂ ਦੇਖ ਕੇ ਲਿਖ ਸਕਦੇ ਹੋ ਇੱਥੇ ਆਪਣਾ ਪੱਕਾ ਪਤਾ। ਨਾਲ ਤੁਸੀਂ ਸ਼ਹਿਰ ਦਾ ਨੇਮ ਜ਼ਰੂਰ ਮੈਂਸ਼ਨ ਕਰਨਾ ਦੋਸਤੋ। ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਪੱਕੇ ਪਤੇ ਦੇ ਵਿੱਚ ਤੁਸੀਂ ਸ਼ਹਿਰ ਦਾ ਨਾਮ, ਆਪਣਾ ਪਿੰਨ ਕੋਡ ਅਤੇ ਆਪਣਾ ਡਿਸਟ੍ਰਿਕਟ ਜ਼ਰੂਰ ਦੱਸਣਾ ਹੈ। ਜਨਮ ਮਿਤੀ ਆਪਣੀ ਜਿਹੜੀ ਹੈਗੀ ਆ ਉਹ ਤੁਸੀਂ ਬਿਲਕੁਲ ਸਹੀ ਲਿਖਣੀ ਆ। ਸਭ ਤੋਂ ਪਹਿਲਾਂ ਤੁਸੀਂ ਡੇਟ ਮੈਂਸ਼ਨ ਕਰਨੀ ਆ, ਫਿਰ ਤੁਸੀਂ ਮੰਥ ਮੈਂਸ਼ਨ ਕਰਨਾ, ਫਿਰ ਤੁਸੀਂ ਈਅਰ ਮੈਂਸ਼ਨ ਕਰਨਾ ਆ। ਜਿਵੇਂ ਕਿ ਆਪਾਂ ਕੁਛ ਵੀ ਲਗਾ ਲਓ 19/2/1995 ਮੰਨ ਕੇ ਚੱਲੋ। ਕਿਸੇ ਦਾ ਜਨਮ ਇੰਨੀ ਤਰੀਕ ਨੂੰ ਹੋਇਆ ਤਾਂ ਅਸੀਂ ਇਸ ਤਰ੍ਹਾਂ ਲਿਖਣਾ ਹੈ। ਟੈਲੀਫੋਨ ਨੰਬਰ ਤੁਸੀਂ ਆਪਣਾ ਉਹ ਦੇਣਾ ਹੈ ਜਿਹੜਾ ਚੱਲਦਾ ਏ। ਕਈ ਵਾਰੀ ਕੀ ਕਰਦੇ ਨੇ, ਅਸੀਂ ਟੈਲੀਫੋਨ ਨੰਬਰ ਉਹ ਦੇ ਦਿੰਦੇ ਹਾਂ ਜਿਹੜਾ ਕਿ ਸਾਡਾ ਚੱਲਦਾ ਨਹੀਂ ਹੁੰਦਾ ਹੈ, ਤਾਂ ਬਾਅਦ ਵਿੱਚ ਕੋਈ ਵੀ ਜਿਹੜੀ ਆ ਪ੍ਰੋਬਲਮ ਉਹ ਸਾਨੂੰ ਹੀ ਦੇਖਣੀ ਪੈਂਦੀ ਆ, ਸਾਨੂੰ ਹੀ ਝੱਲਣੀ ਪੈਂਦੀ ਆ। ਤਾਂ ਆਪਣਾ ਟੈਲੀਫੋਨ ਨੰਬਰ ਦੋਸਤੋ ਬਿਲਕੁਲ ਹੀ ਸਹੀ ਦੇਵੋ। ਫਿਰ ਅਸੀਂ ਅੱਗੇ ਦੇਖਦੇ ਹਾਂ ਆਧਾਰ ਨੰਬਰ। ਆਧਾਰ ਨੰਬਰ ਲਿਖਣਾ ਹੈ, ਸਾਡਾ ਆਧਾਰ ਨੰਬਰ ਬਿਲਕੁਲ ਸਹੀ ਲਿਖਣਾ ਹੈ। ਅੱਗੇ ਉਹਨਾਂ ਨੇ ਪੁੱਛਿਆ ਹੈ ਕਿ ਉਮੀਦਵਾਰ ਦਿਵਿਆਂਗ ਹੈ। ਜੇਕਰ ਤਾਂ ਕੋਈ ਉਮੀਦਵਾਰ ਦਿਵਿਆਂਗ ਹੈ, ਦਿਵਿਆਂਗ ਮਤਲਬ ਹੈਂਡੀਕੈਪਡ ਹੈ, ਤਾਂ ਤੁਸੀਂ ਇੱਥੇ ਹਾਂ ਲਿਖ ਦੇਣਾ ਹੈ ਅਤੇ ਉਸਦੀ ਪ੍ਰਤੀਸ਼ਤਤਾ ਵੀ ਦੱਸਣੀ ਹੈ। ਉਸਦਾ ਕਿੰਨੇ ਪ੍ਰਤੀਸ਼ਤਤਾ, ਯਾਨੀ ਕਿ ਤੁਹਾਡਾ ਜਿਹੜਾ ਹੈਂਡੀਕੈਪਡ ਸਰਟੀਫਿਕੇਟ ਆ ਉਸ 'ਤੇ ਤੁਸੀਂ ਕਿੰਨੇ ਪ੍ਰਤੀਸ਼ਤ ਦਿਵਿਆਂਗ ਹੋ। ਜੇਕਰ ਉਮੀਦਵਾਰ ਵਿਧਵਾ ਹੈ, ਜੇਕਰ ਹੈ ਤਾਂ ਹਾਂ ਲਿਖ ਦੇਣਾ ਹੈ, ਜੇਕਰ ਨਾ ਤਾਂ ਨਾ ਲਿਖ ਦੇਣਾ ਹੈ। ਕੀ ਉਮੀਦਵਾਰ ਉਮਰ ਵਿੱਚ ਛੋਟ ਚਾਹੁੰਦਾ ਹੈ। ਠੀਕ ਹੈ, ਜੇ ਤਾਂ ਤੁਸੀਂ SC ਹੋ ਜਾਂ BC ਹੋ, ਜਿਵੇਂ ਕਿ ਮੈਂ ਤੁਹਾਨੂੰ ਦਿਖਾ ਵੀ ਦਿੰਦੀ ਹਾਂ ਇਸ ਪਰਫਾਰਮੇ 'ਤੇ ਦੇਖੋ। ਇਸ ਪਰਫਾਰਮੇ 'ਤੇ ਇੱਕ ਤਾਂ ਸਾਨੂੰ ਤਰਜੀਹੀ ਸ਼੍ਰੇਣੀ ਵੀ ਦਿੱਤੀ ਹੋਈ ਹੈ ਕਿ ਜੇਕਰ ਅਸੀਂ ਵਿਆਹੇ ਹੋਏ ਹਾਂ, ਜੇਕਰ ਕੋਈ ਮੈਰਿਡ ਹੈ ਤਾਂ ਵਿਆਹ ਦਾ ਸਰਟੀਫਿਕੇਟ, ਜਾਂ ਅਸੀਂ ਕਿਸੇ ਸਕੂਲ ਦੇ ਵਿੱਚ ਪੜ੍ਹਾਇਆ ਹੋਵੇ ਜਾਂ ਆਂਗਣਵਾੜੀ ਵਰਕਰ ਦੇ ਵਿੱਚ ਤਾਂ ਅਸੀਂ ਉੱਥੇ ਤਜਰਬਾ ਸਰਟੀਫਿਕੇਟ ਲਗਾ ਸਕਦੇ ਹਾਂ, ਨਿਯੁਕਤੀ ਪੱਤਰ ਵੀ ਦਿਖਾ ਸਕਦੇ ਹਾਂ। ਠੀਕ ਹੈ ਜੀ, ਅਤੇ ਇੱਥੇ ਹੁਣ ਅਸੀਂ ਜੇਕਰ ਉਮੀਦਵਾਰ ਛੋਟ ਚਾਹੁੰਦਾ ਹੈ ਤਾਂ ਇੱਥੇ ਅਸੀਂ ਜੇ ਹਾਂ ਤਾਂ ਹਾਂ ਲਿਖ ਦੇਣਾ, ਜੇ ਨਾ ਤਾਂ ਨਾ ਲਿਖ ਦੇਣਾ। ਸ਼੍ਰੇਣੀ ਕਿਹੜੀ ਹੈ, SC ਹੈ, BC ਹੈ ਜਾਂ ਜਨਰਲ ਹੈ। ਅੱਗੇ ਹੈ ਪ੍ਰਾਥਮਿਕਤਾ ਦੀ ਸੂਰਤ ਵਿੱਚ ਲਾਗੂ ਤਰਜੀਹੀ ਸ਼੍ਰੇਣੀ 1 ਜਾਂ 2। ਇਹੀ ਗੱਲ ਵਾਪਸ ਆ ਗਈ ਆ ਦੋਸਤੋ। ਤਰਜੀਹੀ ਸ਼੍ਰੇਣੀ ਦਾ ਮਤਲਬ ਇਹੀ ਹੈ ਕਿ ਤੁਹਾਡਾ ਜੇ ਇਹਨਾਂ ਵਿੱਚੋਂ ਸਰਟੀਫਿਕੇਟ ਹੈ ਤਾਂ ਤੁਸੀਂ ਲਿਖ ਦੇਣਾ ਹੈ। ਅੱਗੇ ਅਸੀਂ ਆ ਜਾਂਦੇ ਹਾਂ ਵਿਦਿਅਕ ਯੋਗਤਾ, ਜਿਹੜਾ ਕਿ ਸਭ ਤੋਂ ਜ਼ਰੂਰੀ ਹੈ ਭਰਨ ਲਈ।
ਸਭ ਤੋਂ ਜ਼ਰੂਰੀ ਹੈ ਇਸ ਲਈ ਕਿਉਂਕਿ ਇਸ ਦੇ ਆਧਾਰ 'ਤੇ ਹੀ ਸਾਡੀ ਚੋਣ ਹੋਣੀ ਹੈ। ਸਭ ਤੋਂ ਪਹਿਲਾਂ ਇਹ ਵਰਕਰ ਲਈ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਅਸੀਂ ਗ੍ਰੈਜੂਏਸ਼ਨ ਦਾ ਲਿਖਾਂਗੇ, ਕਾਲਜ ਕਿਹੜੇ ਕਾਲਜ ਦੇ ਵਿੱਚ ਤੁਸੀਂ ਕੀਤੀ ਹੈ। ਨਾਲ ਹੀ ਜੇ ਤੁਸੀਂ ਕੋਈ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜ੍ਹਿਆ ਹੈ ਤਾਂ ਤੁਸੀਂ ਉਹ ਲਿਖ ਦੇਣਾ ਹੈ, ਇੱਥੇ ਮੈਂਸ਼ਨ ਜ਼ਰੂਰ ਕਰ ਦੇਣਾ ਹੈ। ਪੜ੍ਹੇ ਹੋਏ ਵਿਸ਼ੇ ਤੁਸੀਂ ਸ਼ਾਰਟ ਦੇ ਵਿੱਚ ਲਿਖ ਸਕਦੇ ਹੋ ਪਰ ਸਾਰੇ ਹੀ ਲਿਖਣੇ ਜ਼ਰੂਰੀ ਹਨ। ਪ੍ਰਾਪਤ ਅੰਕ ਇੱਥੇ ਲਿਖਣੇ ਹਨ, ਪ੍ਰਾਪਤ ਅੰਕ ਜ਼ਰੂਰ, ਜਿਵੇਂ ਕਿ ਕਿਸੇ ਦੇ ਮੰਨ ਲਓ 1685 ਹਨ 2400 ਦੇ ਵਿੱਚੋਂ, ਤਾਂ ਉਸ ਦੀ ਪ੍ਰਤੀਸ਼ਤ ਇੱਥੇ ਕਿੰਨੀ ਬਣਦੀ ਹੈ ਉਹ ਵੀ ਜ਼ਰੂਰ ਤੁਸੀਂ ਲਿਖ ਦੇਣਾ ਹੈ। ਮੰਨ ਕੇ ਚੱਲੋ ਇੱਥੇ ਪ੍ਰਤੀਸ਼ਤ ਬਣਦੀ ਹੈ 70.20, ਤਾਂ ਇਹ ਤੁਸੀਂ ਇੱਥੇ ਲਿਖ ਦੇਣਾ ਹੈ। ਅੱਗੇ ਪੋਸਟ ਗ੍ਰੈਜੂਏਸ਼ਨ ਸੇਮ ਉਹੀ ਤੁਸੀਂ, ਜਿਵੇਂ ਕਿ ਗ੍ਰੈਜੂਏਸ਼ਨ ਦੇ ਵਿੱਚ ਤੁਸੀਂ ਕਾਲਜ ਦਾ ਅਗਰ ਨਾਮ ਮੈਂਸ਼ਨ ਕੀਤਾ ਤਾਂ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਵੀ ਤੁਸੀਂ ਕਾਲਜ ਦਾ ਨਾਮ ਵੀ ਮੈਂਸ਼ਨ ਕਰਨਾ ਹੈ, ਯੂਨੀਵਰਸਿਟੀ ਵੀ ਮੈਂਸ਼ਨ ਕਰਨੀ ਹੈ, ਕਿਹੜੇ ਵਿਸ਼ੇ ਦੇ ਵਿੱਚ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਪ੍ਰਾਪਤ ਅੰਕ ਕਿੰਨੇ ਹਨ ਬਟਾ ਜਿੰਨੇ ਤੁਸੀਂ ਕੁੱਲ ਅੰਕ ਤੁਹਾਡੇ ਹੈਗੇ ਨੇ। ਫਿਰ ਤੁਸੀਂ ਲਿਖ ਦੇਣਾ ਹੈ ਕਿ ਪ੍ਰਤੀਸ਼ਤ ਕੱਢ ਕੇ ਤੁਸੀਂ ਇੱਥੇ ਸਹੀ ਪ੍ਰਤੀਸ਼ਤ ਲਿਖਣਾ ਹੈ ਕੱਢ ਕੇ। ਉਸ ਤੋਂ ਬਾਅਦ ਕੋਈ ਹੋਰ, ਜੇਕਰ ਕੋਈ ਤੁਹਾਡਾ ਡਿਪਲੋਮਾ ਕੀਤਾ ਹੈ, ਕੁਛ ਵੀ ਹੋਰ ਇਸ ਤੋਂ ਇਲਾਵਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੋਂ ਇਲਾਵਾ ਕੁਛ ਵੀ ਹੋਰ ਡਿਪਲੋਮਾ ਕੀਤਾ ਹੈ, ਕਿਸੇ ਨੇ ਕੋਈ ETT ਕੀਤੀ ਹੈ, NTT ਕੀਤੀ ਹੈ, ਜਿਵੇਂ ਕਿ ਅਸੀਂ ਜਿਸ ਨੂੰ DLED ਵੀ ਕਹਿ ਦਿੰਦੇ ਹਾਂ, ਉਹ ਇੱਥੇ ਤੁਸੀਂ ਜ਼ਰੂਰ ਦੋਸਤੋ ਮੈਂਸ਼ਨ ਕਰਨੀ ਹੈ। ਉਸ ਵਿੱਚ ਤੁਸੀਂ ਪੜ੍ਹੇ ਹੋਏ ਵਿਸ਼ੇ ਵੀ ਇੱਥੇ ਜ਼ਰੂਰ ਮੈਂਸ਼ਨ ਕਰਨੇ ਹਨ। ਕਿਸੇ ਵਿੱਚ ਵੀ ਮੰਨ ਕੇ ਚੱਲੋ ਕਿ ਜਿਵੇਂ DLED ਦੇ ਵਿੱਚ ਤੁਸੀਂ ਆਲਮੋਸਟ ਸਾਰੇ ਹੀ ਵਿਸ਼ੇ ਪੜ੍ਹੇ ਹੋਏ ਹੁੰਦੇ ਹਨ ਤਾਂ ਤੁਸੀਂ ਆਲ ਜਨਰੇਟਡ ਸਬਜੈਕਟਸ ਲਿਖ ਸਕਦੇ ਹੋ, ਆਲ ਜਨਰੇਟਡ ਸਬਜੈਕਟਸ ਲਿਖ ਸਕਦੇ ਹੋ ਦੋਸਤੋ, ਦੇਖ ਲਓ। ਅਤੇ ਫਿਰ ਅਸੀਂ ਪ੍ਰਾਪਤ ਅੰਕ ਇਹਦੇ ਵਿੱਚੋਂ ਵੀ ਇਸ ਤਰ੍ਹਾਂ ਹੀ ਲਿਖਣਾ ਹੈ ਬਟਾ ਕੁੱਲ ਅੰਕ ਜਿੰਨੇ ਦੇ ਵਿੱਚੋਂ ਤੁਹਾਡੀ ਟੋਟਲ ਬਣਿਆ ਹੈ ਅਤੇ ਉਸਦਾ ਪ੍ਰਤੀਸ਼ਤ ਕੱਢ ਕੇ ਵੀ ਇੱਥੇ ਲਿਖਣਾ ਹੈ। ਅੱਗੇ ਦੇਖੋ ਮੈਟ੍ਰਿਕ ਯਾਨੀ ਕਿ 10th ਮੈਟ੍ਰਿਕ ਦੇ ਵਿੱਚੋਂ ਜਾਂ ਉੱਚ ਪੱਧਰ 'ਤੇ ਪੰਜਾਬੀ ਪਾਸ, ਉੱਚ ਪੱਧਰ ਯਾਨੀ ਕਿ ਗ੍ਰੈਜੂਏਸ਼ਨ ਲੈਵਲ 'ਤੇ, ਜਾਂ ਫਿਰ 10ਵੀਂ ਦੇ ਵਿੱਚੋਂ ਤੁਹਾਡੀ ਜਿਹੜੀ ਹੈ ਉਹ ਪੰਜਾਬੀ ਪਾਸ ਹੈ। ਜੇ ਪਾਸ ਹੈ ਤਾਂ ਹਾਂ ਲਿਖਣਾ ਹੈ, ਜੇ ਪਾਸ ਨਹੀਂ ਹੈ ਤਾਂ ਨਾ ਲਿਖਣਾ ਹੈ। ਇਹ ਤੁਹਾਡੀ ਮੈਂਡੇਟਰੀ ਹੈ, ਜਿਹੜੀ ਇਹ 8th ਹੈ ਤੁਹਾਡਾ ਮੈਂਡੇਟਰੀ ਹੀ ਹੈ ਦੋਸਤੋ, ਇਹ ਪਾਸ ਹੋਣੀ ਹੀ ਚਾਹੀਦੀ ਹੈ। ਕੀ ਤੁਸੀਂ ਗ੍ਰੈਜੂਏਸ਼ਨ ਵਿੱਚ ਹੇਠਾਂ ਦਿੱਤੇ ਕਿਸੇ ਇੱਕ ਵਿਸ਼ੇ ਨੂੰ ਪੜ੍ਹਿਆ ਹੈ ਦਾ ਨਾਮ। ਇਸ ਵਾਸਤੇ ਕਾਫੀ ਸਾਰੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਇਹ ਕੀ ਹੈ, ਇਹ ਕਿਉਂ ਪੁੱਛਿਆ ਗਿਆ ਹੈ, ਤਾਂ ਇਹਦੇ ਲਈ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਵੀ ਬੱਚਿਆਂ ਨੇ ਇਹਨਾਂ ਵਿੱਚੋਂ ਕਿਸੇ ਵੀ ਇੱਕ ਵਿਸ਼ੇ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੈ, ਮੰਨ ਕੇ ਚੱਲੋ ਕੋਈ ਇੱਕ ਵਿਸ਼ਾ ਆਪਣੀ ਗ੍ਰੈਜੂਏਸ਼ਨ ਦੇ ਵਿੱਚ ਲਿਆ ਹੈ, ਤਾਂ ਉਸ ਨੂੰ 3 ਅੰਕ ਦੋਸਤੋ, 3 ਅੰਕ ਐਕਸਟਰਾ, 3 ਅੰਕ ਵਾਧੂ ਦਿੱਤੇ ਜਾਣਗੇ। ਤਾਂ ਤੁਸੀਂ ਵਿਸ਼ੇ ਦੇਖ ਸਕਦੇ ਹੋ, ਬਾਲ ਵਿਕਾਸ, ਮਨੁੱਖੀ ਵਿਕਾਸ, ਮਨੋਵਿਗਿਆਨ, ਨਿਊਟ੍ਰੀਸ਼ਨ, ਅਰਥ ਸ਼ਾਸਤਰ, ਸਮਾਜਿਕ ਸ਼ਾਸਤਰ, ਹੋਮ ਸਾਇੰਸ, ਸਮਾਜਿਕ ਕੰਮ। ਤਾਂ ਇਹਨਾਂ ਵਿਸ਼ਿਆਂ ਦੇ ਵਿੱਚੋਂ ਤੁਸੀਂ ਜੇਕਰ ਕੋਈ ਵੀ ਇੱਕ ਵਿਸ਼ਾ ਪੜ੍ਹਿਆ ਹੈ ਤਾਂ ਇੱਥੇ ਉਸਦਾ ਨਾਮ ਜ਼ਰੂਰ ਮੈਂਸ਼ਨ ਕਰਨਾ ਹੈ। ਅੱਗੇ ਸਵੈ ਘੋਸ਼ਣਾ, ਸਵੈ ਘੋਸ਼ਣਾ ਨੂੰ ਇੱਕ ਵਾਰ ਤੁਸੀਂ ਜ਼ਰੂਰ ਪੜ੍ਹਨਾ ਹੈ। ਕਈ ਬੱਚੇ ਇਸ ਨੂੰ ਨਹੀਂ ਪੜ੍ਹਦੇ, ਲੇਕਿਨ ਇਹ ਪੜ੍ਹਨੀ ਵੀ ਜ਼ਰੂਰੀ ਹੈ। ਮੈਂ ਇੱਥੇ ਘੋਸ਼ਣਾ ਕਰਦੀ ਹਾਂ ਕਿ ਇਸ ਅਰਜ਼ੀ ਵਿੱਚ ਦਿੱਤੇ ਸਾਰੇ ਬਿਆਨ ਸਹੀ, ਸੰਪੂਰਨ, ਮੇਰੇ ਗਿਆਨ ਅਤੇ ਵਿਸ਼ਵਾਸ ਅਨੁਸਾਰ ਸਹੀ ਹਨ। ਮੈਂ ਸਮਝਦੀ ਹਾਂ ਕਿ ਕਿਸੇ ਵੀ ਅਵਸਥਾ ਵਿੱਚ ਜੇਕਰ ਕਿਸੇ ਵੀ ਜਾਣਕਾਰੀ ਨੂੰ ਗਲਤ ਪਾਇਆ ਜਾਂਦਾ ਹੈ ਜਾਂ ਮੈਂ ਨਿਰਧਾਰਤ ਯੋਗਤਾ ਦੇ ਕਿਸੇ ਵੀ ਮਾਪਦੰਡ ਨੂੰ ਸੰਤੁਸ਼ਟ ਨਹੀਂ ਕਰ ਰਹੀ ਅਤੇ ਭਰਤੀ ਸੰਬੰਧੀ ਪ੍ਰਭਾਵ ਜਾਂ ਅਣਉਚਿਤ ਦਬਾਅ ਪਾਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਇਸ ਮਾਮਲੇ ਵਿੱਚ ਮੇਰੀ ਬਿਨੈਕਾਰੀ ਜਿਹੜੀ ਰੱਦ ਕਰਨ ਦੇ ਯੋਗ ਹੋਵੇਗੀ। ਇਸ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਸਾਰੇ ਪੜ੍ਹਨ ਤੋਂ ਦੋਸਤੋ ਕਿ ਜੇਕਰ ਮੇਰੀ ਕੋਈ ਦਿੱਤੀ ਹੋਈ ਇਨਫੋਰਮੇਸ਼ਨ ਗਲਤ ਪਾਈ ਜਾਂਦੀ ਆ ਜਾਂ ਮੈਂ ਕੋਈ ਗਲਤ ਸਾਧਨ ਦੇ ਨਾਲ ਇਹ ਨੌਕਰੀ ਲੈਂਦੀ ਹਾਂ ਜਾਂ ਫਿਰ ਕੁਛ ਵੀ, ਤਾਂ ਮੇਰੀ ਜਿਹੜੀ ਇਹ ਪਰਫੋਰਮਾ ਹੈ, ਮੇਰੀ ਜਿਹੜੀ ਇਹ ਅਰਜ਼ੀ ਹੈ, ਬਿਨੈਕਾਰੀ ਹੈ, ਉਹ ਰੱਦ ਕਰ ਦਿੱਤੀ ਜਾਊਗੀ। ਉਸ ਤੋਂ ਅਗਲੀ ਜਿਹੜਾ ਬੱਚਿਆਂ ਨੂੰ ਡਾਊਟ ਆ ਰਿਹਾ ਹੈ ਕਿ ਇੱਥੇ ਮਿਤੀ ਕਿਹੜੀ ਲਿਖਣੀ ਹੈ। ਮਿਤੀ ਬੱਚਿਓ ਉਹੀ ਲਿਖਣੀ ਹੈ ਜਿਸ ਦਿਨ ਤੁਸੀਂ ਇਹ ਫਾਰਮ ਸਬਮਿਟ ਕਰਵਾ ਕੇ ਆਓਗੇ, ਕਿਉਂਕਿ ਇਹ ਆਫਲਾਈਨ ਫਾਰਮ ਹੈ, ਤੁਹਾਨੂੰ ਜਾਣਾ ਪੈਣਾ ਹੈ ਸਬਮਿਟ ਕਰਵਾਉਣ ਲਈ। ਤਾਂ ਜਿਸ ਦਿਨ ਤੁਸੀਂ
सबमिट करवाउण जाना है उस दिन की ही तुसी मिति लिखनी है। स्थान तुसी अपने शहर का ही लिखना है, स्थान तुसी जित्थों दे तुसी रहण वाले उत्थों का ही लिखना है। इत्थे तुसी हस्ताक्षर अपने करने हैं, जिस दी भी यह परफॉर्मा है, जिस दे इत्थे हस्ताक्षर हैं उसकी ही इत्थे फोटो लगानी है। फोटो तुसी चंगी तरह इसनूं चिपका देनी है पूरी चंगी तरह। उस तो अगला परफॉर्मा भी साडे लई देखना बड़ा ही जरूरी है। ये देखो इत्थे पहला तो सब तो जरूरी गल उत्ते ही लिखा है कि 11 तो 13 तक केवल दफ्तरी वरतों लई है, असी इस उत्ते कुछ भी नहीं करना। पर इसनूं देखना जरूरी है क्योंकि इस तो ही सानूं पता लगदा कि असी किहड़े-किहड़े डॉक्यूमेंट्स नाल लगाने आ। सब तो पहला योग दस्तावेज की सूची हैगी आ, नत्थी किते दस्तावेजां नूं टिक किया जावे, सिर्फ सैल्फ अटैसटड कापियां नूं ही विचारिया जाएगा। सैल्फ अटैसटड कापियां दोस्तों यानी कि उन्हां फोटो कापियां नूं ही विचारिया जाएगा जिस उत्ते तुसी अपने साइन किए होणगे। सैल्फ अटैसटड कापी जिस उत्ते तुसी अपने सिग्नेचर किए होणगे, हस्ताक्षर किए होणगे। इंटरव्यू के समय उम्मीदवार कोल असल दस्तावेज होने चाहिए हैं। ये बहुत जरूरी गल आ पढ़न लई। कई बच्चे सिर्फ और सिर्फ अपनिया फोटो कॉपीज़ लै जाते आ, ठीक है जी, लेकिन उस नाल काम नहीं चलता। इंटरव्यू के समय उम्मीदवार नूं असल जिहड़े है डॉक्यूमेंट्स वो लैके जाने जरूरी ने। पहला सब तो पहला असी डॉक्यूमेंट देखते हैं उम्र का सबूत लई सानूं की चाहिए, जन्म सर्टिफिकेट या 10वीं का सर्टिफिकेट या पैन कार्ड, यानी कि असी तिन्ना चीज़ों विचों कोई भी एक लगानी है, ठीक है जी। असी कुछ भी दोस्तों वो लगावो जो बिल्कुल तुहाडा सही है, उम्र का सबूत जिस विच सब कुछ सही सही लिखा हुआ है। अगे है पते का सबूत। पते के सबूत लई सिर्फ और सिर्फ उन्होंने वोटर कार्ड ही लेना है, इसलिए वोटर कार्ड सब का बनया होना चाहिए। जिन्होंने उम्मीदवार ने इसलिए बिनेकारी पत्र देने हैं। अगे है श्रेणी का सबूत। श्रेणी का सबूत दोस्तों उन्होंने लिए है जिन्हों की कैटागरी SC है, BC है। जनरल लई कोई भी इसका श्रेणी का सबूत नहीं चाहिए। दिव्यांग उम्मीदवारों लिए UDID कार्ड समेत दिव्यांग प्रतिशत 40 तो 50% उन्होंने यानी कि वो कार्ड बनया होना चाहिए है। सीनियर मैडिकल अफसर वालों जारी जॉब फिटनेस सर्टिफिकेट, उन्होंने यह सर्टिफिकेट भी जरूरी है सीनियर मैडिकल अफसर वालों, ठीक है दोस्तों। अगे देखो विद्यक योग्यता सर्टिफिकेट DMC सब तो जरूरी है, जोड़ा हो सब तो पहला 10वीं का, ये किस लिए जरूरी है, हैल्पर लिए, ठीक है जी। ग्रैजुएशन डिग्री समेत DMC, इसका भाव की है कि असी DMC तो लगाने ही हैं ग्रैजुएशन दे, पर उहदे नाल डिग्री भी जरूर लगानी है। ये नहीं कि तुसी कल्ले DMC लगा दो फस्ट ईयर सैकेंड ईयर फाइनल का तो डिग्री ना लगावो। इत्थे दोस्तों ध्यान नाल देखो डिग्री जरूर लगानी है। अगे देखो ये किस वास्ते है, आंगणवाड़ी वर्कर लई। विधवा बिनेकार लई तुसी जो भी विडो है यानी कि विधवा है उन्होंने अपनी पति की मौत का सर्टिफिकेट लगाना है। तरजीही श्रेणी असी पहला भी इस बारे गल कर चुके हैं तो दोबारा एक बार देख लेंदे हां। उन्होंने विआह का सर्टिफिकेट, तजर्बा सर्टिफिकेट, नियुक्ति पत्र जोड़े जरूरी चाहिए हैं, ठीक है जी। आ जिहड़ा सारा ही काम है ਜਾਂ ਚਾਹੇ ਉਹ ਸਹੀ ਪਾਏ ਗਏ ਹਨ, ਕੁੱਲ ਬਣਦੇ ਨੰਬਰ, ਤਸਦੀਕ ਕਰਤਾ, ਹਸਤਾक्षर, ਸਿਲੈਕਸ਼ਨ ਕਮੇਟੀ, ਇਹ ਸਭ ਕੁਝ ਦੋਸਤੋ ਸਾਰਾ ਹੀ ਜਿਹੜਾ ਪਰਫਾਰਮਾ ਹੈ ਕੇਵਲ ਦਫ਼ਤਰੀ ਵਰਤੋਂ ਦੇ ਲਈ ਹੈ, ਠੀਕ ਹੈ ਜੀ। ਤਾਂ ਇਹ ਜਿਹੜੇ ਸਰਟੀਫਿਕੇਟ ਨੇ ਸਾਰੇ ਹੀ ਸਾਨੂੰ ਜ਼ਰੂਰੀ ਚਾਹੀਦੇ ਨੇ ਇਹ ਸਰਟੀਫਿਕੇਟ। ਤਾਂ ਇਹ ਪਰਫਾਰਮਾ ਜਿਹੜਾ ਅਸੀਂ ਚੰਗੀ ਤਰ੍ਹਾਂ ਭਰ ਲੈਣਾ ਹੈ, ठीक है जी। बाकी तुसी कमेंट बॉक्स दे विच मैनू मैसेज कर सकते हो अगर कुछ भी तुहानू समझ ना लग्या होवे, ठीक है दोस्तों। इस वीडियो नू वध तो वध शेयर करो, लाइक करो तो इस चैनल नू सबसक्राइब करो। धन्यवाद।